ਹੈਲੋ ਸਟੂਡੈਂਟਸ, ਹਾਊ ਆਰ ਯੂ। ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ। ਮੈਂ ਕੁਲਦੀਪ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ ਚੈਨਲ ਰਿਵਾਈਵ ਨੋਵੈਲਟੀ ਵਿੱਚ ਬਹੁਤ ਵੈਲਕਮ ਕਰਦਾ ਹਾਂ। ਜਿਵੇਂ ਕਿ ਤੁਸੀਂ ਵੀਡੀਓ ਦੇ ਥੰਬਨੇਲ ਦੇ ਵਿੱਚ ਦੇਖ ਲਿਆ ਹੋਣਾ ਹੈ ਕਿ ਅੱਜ ਆਪਾਂ ਨੇ 2 ਲਾਜ਼ ਡਿਸਕਸ ਕਰਨੇ ਨੇ, ਜਿਸ ਦੇ ਵਿੱਚੋਂ ਪਹਿਲਾ ਲਾ ਹੈ ਲਾ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ ਅਤੇ ਦੂਜਾ ਲਾ ਹੈ ਗੇ-ਲੁਸੈਕ ਲਾ ਆਫ ਕੰਬਾਈਨਿੰਗ ਵੋਲੀਊਮਸ। ਇਸ ਤੋਂ ਬਾਅਦ ਇਹਨਾਂ ਲਾਜ਼ ਨੂੰ ਅਸੀਂ ਵਾਰੀ ਇਹਨਾਂ ਦੀਆਂ ਐਗਜ਼ਾਮਪਲਸ ਦੇ ਨਾਲ ਸਮਝਾਂਗੇ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦੇ ਆਈਕਨ ਨੂੰ ਜ਼ਰੂਰ ਅਨੇਬਲ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਬਿਨਾਂ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਲਓ ਜੀ, ਜਿਹੜਾ ਸਭ ਤੋਂ ਪਹਿਲਾ ਅੱਜ ਸਾਡਾ ਲਾ ਹੈ ਉਹ ਹੈ ਲਾ ਆਫ ਰੈਸੀਪ੍ਰੋਕਲ ਪ੍ਰਪੋਰਸ਼ਨਸ, ਜਿਸ ਨੂੰ ਅਸੀਂ ਲਾ ਆਫ ਇਕੁਅਲੈਂਟ ਪ੍ਰਪੋਰਸ਼ਨ ਵੀ ਕਹਿੰਦੇ ਹਾਂ। ਦਿਸ ਲਾ ਵਾਜ਼ ਪੁੱਟ ਫਾਰਵਰਡ ਬਾਏ ਰਿਚਰ ਇਨ 1792। ਇਸ ਲਾ ਨੂੰ 1792 ਦੇ ਵਿੱਚ ਰਿਚਰ ਨੇ ਸਾਨੂੰ ਦੱਸਿਆ ਸੀ। ਇਸ ਲਾ ਦੀ ਡੈਫੀਨੇਸ਼ਨ ਹੈ ਜੀ, ਦਿਸ ਲਾ ਸਟੇਟਸ ਦੈਟ when two different elements combine separately with the fixed mass of a third element, ਕਿ ਜਦੋਂ 2 ਐਲੀਮੈਂਟਸ ਨੂੰ ਅਸੀਂ ਅਲੱਗ-ਅਲੱਗ ਕਿਸੇ ਤੀਜੇ ਐਲੀਮੈਂਟ ਦੇ ਫਿਕਸਡ ਮਾਸ ਦੇ ਨਾਲ ਕੰਬਾਈਨ ਕਰਦੇ ਹਾਂ, then the ratio in which they do so will be the same or some simple multiple of the ratio in which they combine with each other। ਤਾਂ ਉਹਨਾਂ ਦੋਨੋਂ ਐਲੀਮੈਂਟਸ ਦੇ ਮਾਸ ਦੀ ਜਿਹੜੀ ਰੇਸ਼ੋ ਹੈ ਤੀਜੇ ਫਿਕਸਡ ਮਾਸ ਵਾਲੇ ਐਲੀਮੈਂਟ ਦੇ ਨਾਲ ਉਹ ਜਾਂ ਤਾਂ ਸੇਮ ਹੋਵੇਗੀ ਔਰ ਸਮ ਸਿੰਪਲ ਮਲਟੀਪਲ, ਜਾਂ ਉਹ ਆਪਸ ਦੇ ਵਿੱਚ ਸਿੰਪਲ ਮਲਟੀਪਲ ਹੋਵੇਗੀ। ਲਓ ਜੀ, ਐਗਜ਼ਾਮਪਲ ਨੂੰ ਸਮਝਦੇ ਹਾਂ। ਕੰਸੀਡਰ 3 ਐਲੀਮੈਂਟਸ ਸਲਫਰ, ਆਕਸੀਜਨ ਐਂਡ ਹਾਈਡਰੋਜਨ। ਅਸੀਂ 3 ਐਲੀਮੈਂਟ ਲਏ ਨੇ। ਪਹਿਲਾ ਸਲਫਰ ਹੈ ਜਿਸ ਦਾ ਅਟੋਮਿਕ ਮਾਸ 32 ਯਾਨੀ ਕਿ 32 ਹੁੰਦਾ। ਦੂਜਾ ਸਾਡੇ ਕੋਲ ਆਕਸੀਜਨ ਹੈ ਜਿਸ ਦਾ ਅਟੋਮਿਕ ਮਾਸ 16 ਹੁੰਦਾ ਜੀ। ਅਤੇ ਤੀਜਾ ਸਾਡੇ ਕੋਲ ਜਿਹੜਾ ਐਟਮ ਹੈ ਜਾਂ ਐਲੀਮੈਂਟ ਹੈ ਉਹ ਹਾਈਡਰੋਜਨ ਹੈ ਜਿਸ ਦਾ ਅਟੋਮਿਕ ਮਾਸ 1 ਹੁੰਦਾ। ਅਕੋਰਡਿੰਗ ਟੂ ਦ ਲਾ ਬੋਥ ਸਲਫਰ ਐਂਡ ਆਕਸੀਜਨ ਸੈਪਰੇਟਲੀ ਕੰਬਾਈਨ ਵਿਦ ਹਾਈਡਰੋਜਨ ਟੂ ਫੋਰਮ ਹਾਈਡਰੋਜਨ ਸਲਫਾਈਡ ਯਾਨੀ ਕਿ H2S ਐਂਡ ਵਾਟਰ ਜਿਸ ਦਾ ਫਾਰਮੂਲਾ H2O ਹੁੰਦਾ ਹੈ ਰਿਸਪੈਕਟਿਵਲੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਸਲਫਰ ਅਤੇ ਆਕਸੀਜਨ ਨੂੰ ਵਾਰੀ ਹਾਈਡਰੋਜਨ ਦੇ ਫਿਕਸਡ ਮਾਸ ਦੇ ਨਾਲ ਕੰਬਾਈਨ ਕੀਤਾ ਤਾਂ ਸਾਡੇ ਕੋਲ 2 ਕੰਪਾਊਂਡ ਬਣੇ, ਜਿਸ ਦੇ ਵਿੱਚੋਂ ਇੱਕ ਸਾਡੇ ਕੋਲ ਹਾਈਡਰੋਜਨ ਸਲਫਾਈਡ ਬਣਿਆ ਜਿਸ ਦਾ ਫਾਰਮੂਲਾ H2S ਹੁੰਦਾ ਅਤੇ ਦੂਜਾ ਸਾਡੇ ਕੋਲ ਵਾਟਰ ਬਣਿਆ ਜਿਸ ਦਾ ਫਾਰਮੂਲਾ H2O ਹੁੰਦਾ। ਐਂਡ ਦੇ ਆਲਸੋ ਕੰਬਾਈਨ ਵਿਦ ਈਚ ਅਦਰ ਟੂ ਫੋਰਮ ਸਲਫਰ ਡਾਈਆਕਸਾਈਡ। ਇੱਥੇ ਸਲਫਰ ਅਤੇ ਆਕਸੀਜਨ ਵੀ ਆਪਸ ਵਿੱਚ ਜੁੜ ਕੇ ਸਲਫਰ ਡਾਈਆਕਸਾਈਡ ਬਣਾਉਂਦੇ ਹਨ ਜਿਸ ਦਾ ਫਾਰਮੂਲਾ SO2 ਹੁੰਦਾ। ਇਸ ਐਗਜ਼ਾਮਪਲ ਨੂੰ ਅਸੀਂ ਡਾਇਆਗਰਾਮ ਦੇ ਨਾਲ ਸਮਝਦੇ ਹਾਂ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਵੇਗਾ। ਇਸ ਡਾਇਆਗਰਾਮ ਦੇ ਵਿੱਚ ਸਾਡੇ ਕੋਲ 3 ਐਲੀਮੈਂਟਸ ਨੇ। ਸਭ ਤੋਂ ਪਹਿਲਾਂ ਸਲਫਰ ਹੈ, ਜਿਵੇਂ ਕਿ ਮੈਂ ਦੱਸਿਆ ਸੀ, ਜਿਸ ਦਾ ਅਟੋਮਿਕ ਮਾਸ 32 ਹੁੰਦਾ। ਦੂਜਾ ਸਾਡੇ ਕੋਲ ਆਕਸੀਜਨ ਹੈ ਜਿਸ ਦਾ ਅਟੋਮਿਕ ਮਾਸ 16 ਹੁੰਦਾ ਅਤੇ ਤੀਜਾ ਜਿਹੜੇ ਅਸੀਂ ਫਿਕਸ ਰੱਖਣਾ ਹੈ ਉਹ ਸਾਡੇ ਕੋਲ ਹਾਈਡਰੋਜਨ ਹੈ ਜਿਸ ਦਾ ਅਟੋਮਿਕ ਮਾਸ 1 ਹੁੰਦਾ। ਹਾਂਜੀ, ਸਭ ਤੋਂ ਪਹਿਲਾਂ ਜੇਕਰ ਹਾਈਡਰੋਜਨ ਅਤੇ ਸਲਫਰ ਆਪਸ ਦੇ ਵਿੱਚ ਜੁੜਦੇ ਨੇ ਤਾਂ ਸਾਡੇ ਕੋਲ ਹਾਈਡਰੋਜਨ ਸਲਫਾਈਡ ਬਣਦਾ ਹੈ ਜਿਸ ਦਾ ਫਾਰਮੂਲਾ H2S ਹੁੰਦਾ। ਉਸ ਤੋਂ ਬਾਅਦ ਜੇਕਰ ਹਾਈਡਰੋਜਨ ਅਤੇ ਆਕਸੀਜਨ ਆਪਸ ਵਿੱਚ ਜੁੜਦੇ ਹਨ ਤਾਂ ਸਾਡੇ ਕੋਲ ਵਾਟਰ ਯਾਨੀ ਕਿ H2O ਬਣਦਾ। ਅਤੇ ਲਾਸਟ ਦੇ ਵਿੱਚ ਜੇਕਰ ਸਲਫਰ ਅਤੇ ਆਕਸੀਜਨ ਆਪਸ ਵਿੱਚ ਜੁੜਦੇ ਹਨ ਤਾਂ ਸਾਡੇ ਕੋਲ SO2 ਮਤਲਬ ਕਿ ਸਲਫਰ ਡਾਈਆਕਸਾਈਡ ਬਣਦਾ। ਇਨ ਹਾਈਡਰੋਜਨ ਸਲਫਾਈਡ ਮਤਲਬ ਕਿ H2S ਦੇ ਵਿੱਚ 2 ਪਾਰਟਸ ਬਾਏ ਵੇਟ ਆਫ ਹਾਈਡਰੋਜਨ। ਹਾਈਡਰੋਜਨ ਦੇ 2 ਪਾਰਟ ਕੰਬਾਈਨ ਵਿਦ 32 ਪਾਰਟਸ ਬਾਏ ਵੇਟ ਆਫ ਸਲਫਰ। ਸਲਫਰ ਦੇ 32 ਪਾਰਟਸ ਨਾਲ ਕੰਬਾਈਨ ਹੁੰਦੇ ਹਨ
ਜਦੋਂ ਕਿ ਇਨ ਵਾਟਰ ਮੋਲੀਕਿਊਲ ਯਾਨੀ ਕਿ H2O ਦੇ ਵਿੱਚ 2 ਪਾਰਟਸ ਬਾਏ weight ਆਫ ਹਾਈਡਰੋਜਨ ਦੇ 2 ਪਾਰਟਸ ਕੰਬਾਈਨ ਵਿਦ 16 ਪਾਰਟਸ ਬਾਏ weight ਆਫ ਆਕਸੀਜਨ ਦੇ 16 ਪਾਰਟ ਨਾਲ ਕੰਬਾਈਨ ਹੁੰਦੇ ਹਨ। ਅਸੀਂ ਹਾਈਡਰੋਜਨ ਸਲਫਾਈਡ ਵਿੱਚ ਦੇਖਦੇ ਹਾਂ ਕਿ ਸਲਫਰ ਦੇ 32 ਪਾਰਟ ਹਾਈਡਰੋਜਨ ਦੇ 2 ਪਾਰਟ ਨਾਲ ਕੰਬਾਈਨ ਹੁੰਦੇ ਹਨ, ਜਦੋਂ ਕਿ ਵਾਟਰ ਮੋਲੀਕਿਊਲ ਦੇ ਵਿੱਚ ਆਕਸੀਜਨ ਦੇ 16 ਪਾਰਟ ਹਾਈਡਰੋਜਨ ਦੇ 2 ਪਾਰਟ ਨਾਲ ਕੰਬਾਈਨ ਹੁੰਦੇ ਹਨ। ਇੱਥੇ ਹੁਣ ਜਿਹੜਾ ਸਾਡੇ ਕੋਲ ਹਾਈਡਰੋਜਨ ਦਾ weight ਹੈ ਉਹ ਫਿਕਸ ਹੈ, ਮਤਲਬ ਕਿ ਹਾਈਡਰੋਜਨ ਸਲਫਾਈਡ ਅਤੇ ਵਾਟਰ ਮੋਲੀਕਿਊਲ ਦੇ ਵਿੱਚ ਅਸੀਂ ਹਾਈਡਰੋਜਨ ਦੇ weight ਨੂੰ ਫਿਕਸ ਰੱਖਿਆ ਹੋਇਆ ਹੈ। ਦੈਨ ਦਾ ਰੇਸ਼ੋ ਆਫ ਦਾ weights ਆਫ ਸਲਫਰ ਐਂਡ ਆਕਸੀਜਨ, ਤਾਂ ਅਸੀਂ ਜੇਕਰ ਸਲਫਰ ਅਤੇ ਆਕਸੀਜਨ ਦੇ weight ਦੀ ਰੇਸ਼ੋ ਲੈਂਦੇ ਹਾਂ ਵਿਚ ਕੰਬਾਈਨ ਸੈਪਰੇਟਲੀ ਵਿਦ ਫਿਕਸਡ weight ਆਫ ਹਾਈਡਰੋਜਨ ਇਜ਼। ਹੁਣ ਜੇਕਰ ਅਸੀਂ ਸਲਫਰ ਅਤੇ ਆਕਸੀਜਨ ਦੇ weight ਦੀ ਰੇਸ਼ੋ ਦੇਖੀਏ ਜਿਹੜੇ ਵਾਰੀ-ਵਾਰੀ ਹਾਈਡਰੋਜਨ ਦੇ ਫਿਕਸਡ weight ਦੇ ਨਾਲ ਕੰਬਾਈਨ ਕੀਤੇ ਸੀ, ਉਹ ਰੇਸ਼ੋ ਸਾਡੇ ਕੋਲ 32:16 ਆਵੇਗੀ, ਜਾਣੀ ਕਟਿੰਗ ਕਰਨ ਤੋਂ ਬਾਅਦ ਸਾਡੇ ਕੋਲ ਆਨਸਰ 2:1 ਆਵੇਗਾ, ਤੇ ਜਿਹੜੀ ਇੱਕ ਸਿੰਪਲ ਰੇਸ਼ੋ ਹੈ। ਇਸ ਤੋਂ ਬਾਅਦ ਜੇਕਰ ਸਲਫਰ ਅਤੇ ਆਕਸੀਜਨ ਆਪਸ ਦੇ ਵਿੱਚ ਕੰਬਾਈਨ ਹੁੰਦੇ ਹਨ ਤਾਂ ਸਲਫਰ ਡਾਈਆਕਸਾਈਡ ਬਣਾਉਂਦੇ ਹਨ। ਹੁਣ ਇੱਥੇ ਜਿਹੜੀ ਸਲਫਰ ਦਾ ਐਟੋਮਿਕ ਮਾਸ ਹੈ ਉਹ ਵੀ 32 ਹੁੰਦਾ ਹੈ, ਤੇ ਇੱਕ ਹਾਈਡਰੋਜਨ ਐਟਮ ਦਾ ਜਿਹੜਾ ਐਟੋਮਿਕ ਮਾਸ ਹੈ 16 ਹੁੰਦਾ ਹੈ, ਪਰ SO2 ਦੇ ਵਿੱਚ ਸਾਡੇ ਕੋਲ 2 ਐਟਮ ਨੇ, ਤਾਂ 2 ਦੇ ਨਾਲ ਜਦੋਂ 16 ਮਲਟੀਪਲਾਈ ਹੋਵੇਗਾ ਤਾਂ ਆਕਸੀਜਨ ਮੋਲੀਕਿਊਲ ਦਾ ਜਿਹੜਾ ਮਾਸ ਹੈ ਉਹ ਵੀ ਸਾਡੇ ਕੋਲ 32 ਹੀ ਆਵੇਗਾ। ਤਾਂ ਇਸ ਤੋਂ ਬਾਅਦ ਜਦੋਂ ਅਸੀਂ ਸਲਫਰ ਅਤੇ ਆਕਸੀਜਨ ਦੀ ਆਪਸ ਦੇ ਵਿੱਚ weight ਦੀ ਕੰਬਾਈਨਿੰਗ ਰੇਸ਼ੋ ਦੇਖਦੇ ਹਾਂ ਤਾਂ ਉਹ ਸਾਡੇ ਕੋਲ 32:32 ਆਉਂਦੀ ਹੈ, ਅਤੇ ਉਸ ਨੂੰ ਕਟਿੰਗ ਕਰਨ 'ਤੇ ਸਾਡੇ ਕੋਲ ਆਨਸਰ 1:1 ਆਉਂਦਾ ਹੈ। ਤਾਂ ਲਾ ਦੇ ਅਕੋਰਡਿੰਗਲੀ ਅਗਰ ਅਸੀਂ ਆਪਣੇ ਦੋਨੋਂ ਆਨਸਰ ਦੀ ਰੇਸ਼ੋ ਚੈੱਕ ਕਰੀਏ, ਜਿਹੜੀ ਸਾਡੇ ਕੋਲ ਪਹਿਲੇ ਕੇਸ ਦੇ ਵਿੱਚ 2:1 ਆਈ ਸੀ ਅਤੇ ਸੈਕਿੰਡ ਵਾਲੇ ਕੇਸ ਦੇ ਵਿੱਚ 1:1 ਆਈ ਸੀ, ਕਿ ਅਗਰ ਅਸੀਂ ਇਹਨਾਂ ਦੋਨੋਂ ਆਨਸਰ ਦੀ ਆਪਸ ਦੇ ਵਿੱਚ ਰੇਸ਼ੋ ਨੂੰ ਚੈੱਕ ਕਰਦੇ ਹਾਂ ਤਾਂ ਸਾਡੇ ਕੋਲ ਆਨਸਰ 2:1 ਆਉਂਦਾ ਹੈ, ਵਿਚ ਆਰ ਆਲਸੋ ਸਿੰਪਲ ਮਲਟੀਪਲ ਆਫ ਈਚ ਅਦਰ, ਅਤੇ ਉਹ ਰੇਸ਼ੋ ਵੀ ਆਪਸ ਦੇ ਵਿੱਚ ਸਿੰਪਲ ਮਲਟੀਪਲ ਹੀ ਹੋਵੇਗੀ। ਸੋ ਨੈਕਸਟ ਲਾ ਸਾਡੇ ਕੋਲ ਹੈ ਜੀ ਗੇ-ਲੁਸੈਕਸ ਲਾ ਆਫ ਕੰਬਾਈਨਿੰਗ ਵੋਲਿਊਮਸ। ਗੇ-ਲੁਸੈਕ performed a number of experiments on reactions involving gases। ਤਾਂ ਗੇ-ਲੁਸੈਕ ਨੇ ਗੈਸਿਸ ਦੇ ਨਾਲ ਰਿਲੇਟਡ ਬਹੁਤ ਸਾਰੇ ਐਕਸਪੈਰੀਮੈਂਟਸ ਕੀਤੇ ਐਂਡ ਫਾਊਂਡ ਦੈਟ, ਤੇ ਇਹ ਦੇਖਿਆ ਕਿ ਸਮ ਰੈਗੂਲਰਿਟੀ ਐਗਜ਼ਿਸਟਸ ਬਿਟਵੀਨ ਦਾ ਵੋਲਿਊਮ ਆਫ ਗੈਸਿਸ ਰਿਐਕਟੈਂਟਸ ਐਂਡ ਪ੍ਰੋਡਕਟਸ, ਤੇ ਇਹ ਦੇਖਿਆ ਕਿ ਗੈਸਿਸ ਦੇ ਰਿਐਕਟੈਂਟਸ ਅਤੇ ਪ੍ਰੋਡਕਟਸ ਦੇ ਵੋਲਿਊਮ ਦੇ ਵਿੱਚ ਕੋਈ ਨਾ ਕੋਈ ਰੈਗੂਲਰਿਟੀ, ਮਤਲਬ ਕਿ ਕੋਈ ਨਾ ਕੋਈ ਰਿਲੇਸ਼ਨ ਜ਼ਰੂਰ ਆਉਂਦਾ ਹੈ। ਤਾਂ ਇਨ 1808 ਹੀ ਪੁੱਟ ਫਾਰਵਰਡ ਅ ਜਨਰਲਾਈਜੇਸ਼ਨ ਨੋਨ ਐਜ਼ ਗੇ-ਲੁਸੈਕਸ ਲਾ ਆਫ ਕੰਬਾਈਨਿੰਗ ਵੋਲਿਊਮਸ। 1808 ਦੇ ਵਿੱਚ ਗੇ-ਲੁਸੈਕ ਨੇ ਸਾਨੂੰ ਇੱਕ ਜਨਰਲਾਈਜੇਸ਼ਨ ਦਿੱਤੀ, ਇੱਕ ਆਈਡੀਆ ਦਿੱਤਾ, ਜਿਸ ਨੂੰ ਅਸੀਂ ਗੇ-ਲੁਸੈਕ ਲਾ ਆਫ ਕੰਬਾਈਨਿੰਗ ਵੋਲਿਊਮ ਆਖਦੇ ਹਾਂ। ਇਸ ਲਾ ਦੀ ਡੈਫੀਨੇਸ਼ਨ ਹੈ ਜੀ, ਦਿਸ ਲਾ ਸਟੇਟਸ ਦੈਟ ਵੈਨ ਗੈਸਿਸ ਰਿਐਕਟ ਟੂਗੈਦਰ ਔਰ ਪ੍ਰੋਡਿਊਸਡ ਇਨ ਅ ਕੈਮੀਕਲ ਰਿਐਕਸ਼ਨ। ਇਹ ਲਾ ਸਾਨੂੰ ਦੱਸਦਾ ਹੈ ਕਿ ਜਦੋਂ ਵੀ ਗੈਸਿਸ ਆਪਸ 'ਚ ਰਿਐਕਸ਼ਨ ਕਰਨਗੀਆਂ ਜਾਂ ਕਿਸੇ ਕੈਮੀਕਲ ਰਿਐਕਸ਼ਨ ਵਿੱਚ ਪ੍ਰੋਡਿਊਸਡ ਹੋਣਗੀਆਂ, then they do so in a simple ratio by volume to one another and to the volumes of the products if these are also gases। ਤਾਂ ਉਹਨਾਂ ਦੇ ਰਿਐਕਟੈਂਟ ਦੇ ਵੋਲੀਅਮ ਦੀ ਰੇਸ਼ੋ ਅਤੇ ਪ੍ਰੋਡਕਟਸ ਦੇ ਵੋਲੀਅਮ ਦੀ ਜਿਹੜੀ ਰੇਸ਼ੋ ਹੈ ਉਹ ਵੀ ਆਪਸ ਦੇ ਵਿੱਚ ਸਿੰਪਲ ਹੀ ਹੋਵੇਗੀ ਇਫ these are also gases। ਹੁਣ ਇੱਥੇ ਇੱਕ ਗੱਲ ਹੋਰ ਦੱਸੀ ਹੈ ਕਿ ਅਗਰ ਪ੍ਰੋਡਕਟਸ ਵੀ ਗੈਸਿਸ ਦੇ ਵਿੱਚ ਹੀ ਹੁੰਦੇ ਨੇ ਤਾਂ ਉਹਨਾਂ ਦੇ ਪ੍ਰੋਡਕਟ ਦੇ ਵੋਲੀਅਮ ਦੀ ਰੇਸ਼ੋ ਅਤੇ ਰਿਐਕਟੈਂਟ ਦੇ ਵੋਲੀਅਮ ਦੀ ਰੇਸ਼ੋ ਆਪਸ ਦੇ ਵਿੱਚ ਸਿੰਪਲ ਹੀ ਹੋਵੇਗੀ, ਪ੍ਰੋਵਾਈਡਡ ਆਲ ਗੈਸਿਸ ਆਰ ਐਟ ਦਾ ਸੇਮ ਟੈਂਪਰੇਚਰ ਐਂਡ ਪ੍ਰੈਸ਼ਰ। ਪਰ ਸ਼ਰਤ ਇਹ ਹੈ ਕਿ ਉਹ ਸਾਰੀਆਂ ਗੈਸਿਸ ਸੇਮ ਟੈਂਪਰੇਚਰ ਉੱਤੇ ਹੋਣ ਅਤੇ ਸੇਮ ਪ੍ਰੈਸ਼ਰ ਉੱਤੇ ਹੋਣ। ਇਸ ਲਾ ਨੂੰ ਅਸੀਂ ਹੇਠਾਂ ਦਿੱਤੀ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਵੈਨ 1 ਵੋਲੀਊਮ ਆਫ ਹਾਈਡਰੋਜਨ reacts with 1 volume of chlorine gives 2 volumes of hydrogen chloride। ਕਹਿਣ ਦਾ ਮਤਲਬ ਕਿ ਜਦੋਂ ਇੱਕ ਵੋਲੀਅਮ ਦੀ ਹਾਈਡਰੋਜਨ ਗੈਸ ਇੱਕ ਵੋਲੀਅਮ ਦੀ ਕਲੋਰੀਨ ਗੈਸ ਦੇ ਨਾਲ ਕੰਬਾਈਨ ਹੋਈ
ਤਾਂ ਸਾਨੂੰ 2 ਵੋਲਿਊਮ ਦੀ ਹਾਈਡਰੋਜਨ ਕਲੋਰਾਈਡ ਮਿਲਦੀ ਹੈ। ਜੇਕਰ ਅਸੀਂ ਇੱਥੇ ਦੇਖੀਏ ਤਾਂ ਹਾਈਡਰੋਜਨ ਅਤੇ ਕਲੋਰੀਨ ਦੋਨੋਂ ਰਿਐਕਟੈਂਟਸ ਨੇ ਅਤੇ ਹਾਈਡਰੋਜਨ ਕਲੋਰਾਈਡ ਜਿਹੜੀ ਹੈ ਉਹ ਸਾਡੇ ਕੋਲ ਪ੍ਰੋਡਕਟ ਹੈ। ਦੈਨ ਦਾ ਵੋਲਿਊਮ ਰੇਸ਼ੋ ਆਫ ਹਾਈਡਰੋਜਨ ਕਲੋਰੀਨ ਐਂਡ ਹਾਈਡਰੋਜਨ ਕਲੋਰਾਈਡ ਇਜ਼ 1:1:2। ਦਿਸ ਇਜ਼ ਦਾ ਸਿੰਪਲ ਹੋਲ ਨੰਬਰ ਰੇਸ਼ੋ। ਇਹ ਸਾਡੇ ਕੋਲ ਇੱਕ ਸਿੰਪਲ ਹੋਲ ਨੰਬਰ ਰੇਸ਼ੋ ਹੈ ਜੀ, ਐਂਡ ਇਜ਼ ਆਲਸੋ ਇਨ ਐਗਰੀਮੈਂਟ ਵਿਦ ਦੇਅਰ ਮੋਲਰ ਰੇਸ਼ੋਜ਼ ਵੈਨ ਦੇ ਆਰ ਇਨਵੋਲਵਡ ਇਨ ਦਾ ਰਿਐਕਸ਼ਨ। ਅਤੇ ਇਹ ਗੱਲ ਇਹਨਾਂ ਗੈਸਿਸ ਦੇ ਮੋਲਰ ਰੇਸ਼ੋ ਵਿੱਚ ਵੀ ਲਾਗੂ ਹੁੰਦੀ ਹੈ ਜਦੋਂ ਇਹ ਗੈਸਿਸ ਆਪਸ ਦੇ ਵਿੱਚ ਰਿਐਕਸ਼ਨ ਕਰਦੀਆਂ ਨੇ। ਇਟ ਮੀਨਸ ਵੈਨ 100 ml of hydrogen combine with 100 ml of chlorine gives 200 ml of hydrogen chloride। ਇਸ ਐਗਜ਼ਾਮਪਲ ਦੇ ਵਿੱਚ ਜਦੋਂ 100 ml ਹਾਈਡਰੋਜਨ 100 ml ਕਲੋਰੀਨ ਦੇ ਨਾਲ ਕੰਬਾਈਨ ਹੁੰਦੀ ਹੈ ਤਾਂ ਸਾਨੂੰ 200 ml ਦੀ ਹਾਈਡਰੋਜਨ ਕਲੋਰਾਈਡ ਪ੍ਰਾਪਤ ਹੁੰਦੀ ਹੈ। ਕਹਿਣ ਦਾ ਮਤਲਬ ਕਿ ਅਗਰ ਅਸੀਂ ਇਹਨਾਂ ਰਿਐਕਟੈਂਟਸ ਅਤੇ ਪ੍ਰੋਡਕਟਸ ਦੀ ਆਪਸ ਦੇ ਵਿੱਚ ਮੋਲਰ ਰੇਸ਼ੋ ਚੈੱਕ ਕਰੀਏ ਤਾਂ ਉਹ ਵੀ ਸਾਡੇ ਕੋਲ 1:1:2 ਹੀ ਆਵੇਗੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੋਨੋਂ ਲਾਜ਼ ਚੰਗੀ ਤਰ੍ਹਾਂ ਸਮਝ ਵਿੱਚ ਆ ਗਏ ਹੋਣਗੇ। ਥੈਂਕ ਯੂ ਸੋ ਮੱਚ।